सासा सास की दुखी, ससुर की प्यारी, जेठ के नाम डरों रे, सखी सहेली ननद गहेली, देवर के बिरह जरों रे। मेरी मत बौरी मैं राम बिसारियो, किन बिद रैन रहूं रे। सेजै रमत नैन नहीं पेखूं, ए दुख कासो कहूं रे। रहाओ बाप साब का करे लड़ाई, माया सदमतवारी। बड़े भाई के जब संग होती, तब हो नाह प्यारी। कहत कबीर पंच को झगड़ा, झगड़त जन्म गवाया। झूठी माया सब जग बाधिया, मैं राम रमत सुख पाया। वाहिगुरु जी का खालसा, वाहिगुरु जी की फतेह। ਧੰਨ ਹਨ ਭਗਤ ਕਬੀਰ ਜੀ, ਜਿਨ੍ਹਾਂ ਨੇ ਆਪਣੀ ਪਵਿੱਤਰ ਬਾਣੀ ਦੁਆਰਾ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਬੜੀ ਸੁੰਦਰ ਪ੍ਰੇਰਨਾ ਕੀਤੀ। ਇਹ ਠੀਕ ਹੈ ਕਿ ਭਗਤ ਜੀ ਦੇ ਇਹ ਸ਼ਬਦ ਇੱਕ ਸਮਾਜਿਕ ਜੀਵਨ ਦੀ ਤਸਵੀਰ ਵੀ ਹਨ ਔਰ ਸਵੈ ਪੜਚੋਲ ਕਰਨ ਦੀ ਪ੍ਰੇਰਨਾ ਵੀ। ਹੁਣ ਜੋ ਅੱਖਰ ਭਗਤ ਜੀ ਨੇ ਵਰਤੇ ਹਨ, ਉਹਨਾਂ ਅੱਖਰਾਂ ਨੂੰ ਠੀਕ ਢੰਗ ਨਾਲ ਢੁਕਾਉਣਾ ਤੇ ਵਰਤਣਾ ਇਹ ਬੜਾ ਜ਼ਰੂਰੀ ਹੈ। ਇਹਦੇ ਨਾਲ ਤੇ ਮੈਂ ਸਹਿਮਤ ਹਾਂ ਕਿ ਜਦੋਂ ਅਸੀਂ ਪਿਆਰ ਨਾਲ ਠੀਕ ਵਿਸਰਾਮ ਦੇ ਕੇ ਪਾਠ ਕਰਦੇ ਹਾਂ, ਕਾਫੀ ਕੁਝ ਸਾਡੀ ਸਮਝ ਵਿੱਚ ਆਉਂਦਾ ਹੈ, ਪਰ ਫਿਰ ਵੀ ਵਿਚਾਰ ਤੋਂ ਬਿਨਾਂ ਗੱਲ ਨਹੀਂ ਬਣਦੀ। ਤਾਂ ਭਗਤ ਜੀ ਨੇ ਪਰਮਾਤਮਾ ਤੋਂ ਟੁੱਟ ਕੇ ਉਹਦਾ ਸਿਮਰਨ ਨਾ ਕਰਨ ਕਰਕੇ ਇਹ ਸਾਰੀ ਦਸ਼ਾ ਬਣਦੀ ਹੈ ਹਰ ਇੱਕ ਜੀਵ ਨਾਲ। ਤੋ ਭਗਤ ਜੀ ਆਪਣੇ ਤੇ ਟੁਕਾ ਕੇ ਕਹਿੰਦੇ ਨੇ, ਮੇਰੀ ਮਤ ਬੌਰੀ ਮੈਂ ਕਮਲੀ ਹਾਂ, ਮੇਰੀ ਅਕਲ ਮਾਰੀ ਗਈ ਹੈ। ਅਕਲ ਮਾਰਨ ਦੀ ਕੀ ਨਿਸ਼ਾਨੀ ਹੈ? ਮੈਂ ਰਾਮ ਵਿਸਾਰਿਓ, ਮੈਂ ਆਪਣੇ ਉਸ ਪਤੀ ਪਰਮੇਸ਼ਵਰ ਨੂੰ ਭੁਲਾ ਦਿੱਤਾ ਔਰ ਉਹਨੂੰ ਭੁਲਾਉਣ ਕਰਕੇ ਹੁਣ ਮੇਰੀ ਇਹ ਦਸ਼ਾ ਹੈ। ਕਿਨ ਬਿਦ ਰਹਿਨ ਰਹੋ ਰੇ, ਮੈਂ ਕਿਸ ਤਰ੍ਹਾਂ ਆਪਣੀ ਉਮਰ ਗੁਜ਼ਾਰਾਂ, ਮੈਂ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਸੁਖੀ ਬਣਾਵਾਂ। ਗਲਤੀ ਤਾਂ ਮੇਰੀ ਆਪਣੀ ਹੈ। ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਨ ਰਹੋ ਰੇ। ਹੇ ਵੀਰ, ਹੇ ਭਰਾ, ਮੈਂ ਕਿਵੇਂ ਰਵਾਂ? ਮੇਰੀ ਮਤ ਮਾਰੀ, ਜਿਹੜਾ ਕੰਮ ਮੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ। ਮੇਰੀ ਇਸ ਤਰਸਯੋਗ ਹਾਲਤ ਤੇ ਤਰਸ ਕਰੋ। ਸੇਜੈ ਰਮਤ ਨੈਣ ਨਹੀਂ ਪੇਖੋ, ਸੇਜੈ ਹਿਰਦੇ ਰੂਪੀ ਸੇਜ ਉੱਤੇ ਉਹ ਪਰਮਾਤਮਾ ਪਤੀ ਵਸਦਾ, ਪਰ ਮੇਰੀ ਬਦਕਿਸਮਤੀ ਹੈ ਕਿ ਨੈਣ ਨਹੀਂ ਪੇਖੋ, ਮੈਂ ਇਹਨਾਂ ਨੇਤਰਾਂ ਨਾਲ ਉਹਦੇ ਦਰਸ਼ਨ ਨਹੀਂ ਕਰ ਸਕਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਫਰਮਾਇਆ ਹੈ, ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾਗੰਤਾ। ਪੀਓ ਮਦਰੋ ਧਨ ਮਤਵੰਤਾ,
ਧਨ ਜਾਗੈ ਜੇ ਫਿਰ ਬੋਲੰਤਾ। ਪਈ ਨਰਾਸੀ ਬਹੁਤ ਦਿਨ ਲਾਗੇ। ਦੇਸ ਦਿਸੰਤਰ ਮੈਂ ਸਗਲੇ ਝਾਗੇ। ਖਿਨ ਰਹਿਣ ਨ ਪਾਵੋ ਬਿਨ ਪਗ ਭਾਗੇ। ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ। ਬੂਝੀ ਤਪਤ ਘਰੈ ਫਿਰ ਪਾਇਆ। ਸਗਲ ਸਿੰਗਾਰ ਹੁਣ ਮੁਝੈ ਸੁਹਾਇਆ। ਕਹੋ ਨਾਨਕ ਗੁਰ ਭਰਮ ਚੁਕਾਇਆ। ਜਾਂ ਦੇਖਾਂ ਤਾਂ ਪਿਰਹਿ ਭਾਈ। ਖੋਲਿਓ ਕਪਾਟ ਤਾਂ ਮਨ ਠਹਿਰਾਈ। ਜਦੋਂ ਇਸ ਵਿਚਾਰ ਦੇ ਸ਼ੀਸ਼ੇ ਵਿੱਚੋਂ ਅਸੀਂ ਦੇਖਣ ਦਾ ਯਤਨ ਕਰਾਂਗੇ, ਇਹ ਇਕੱਲੇ ਕਬੀਰ ਜੀ ਦੀ ਹਾਲਤ ਨਹੀਂ, ਸਾਡੀ ਸਭ ਦੀ ਇਹੋ ਹਾਲਤ। ਪਰ ਅਸੀਂ ਇਹ ਮੰਨਣ ਲਈ ਤਿਆਰ ਨਹੀਂ ਕਿ ਅਸੀਂ ਕਮਲੇ ਹਾਂ ਜਾਂ ਸਾਡੀ ਮੱਤ ਥੋੜ੍ਹੀ। ਫਿਰ ਵੀ ਅਸੀਂ ਦਾਅਵਾ ਕਰੀ ਜਾਂਦੇ ਹਾਂ, ਨਹੀਂ ਜੀ ਮੈਂ ਤਾਂ ਬਹੁਤ ਸਿਆਣਾ, ਮੈਂ ਤਾਂ ਬਹੁਤ ਅਕਲਮੰਦ। ਪਰ ਭਗਤ ਜੀ ਕਹਿੰਦੇ ਨਹੀਂ ਭਾਈ, ਵਿਚਾਰ ਕੇ ਦੇਖੋ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ। ਮੇਰੀ ਮਤ ਮਾਰੀ ਗਈ ਹੈ, ਮੈਂ ਕਮਲੀ ਹਾਂ, ਕਿਉਂਕਿ ਮੈਂ ਆਪਣੇ ਰਾਮ ਨੂੰ ਭੁਲਾ ਦਿੱਤਾ। ਤੇ ਰਾਮ ਨੂੰ ਭੁਲਾ ਕੇ ਕਿਨ ਬਿਦ ਰਹਿਨ ਰਹੋ ਰੇ। ਕਿਹੜੇ ਤਰੀਕੇ ਨਾਲ ਮੈਂ ਆਪਣੇ ਜੀਵਨ ਨੂੰ ਸੁਖੀ ਬਣਾ ਸਕਦੀ। ਮੇਰਾ ਦੁੱਖ ਦੇਖੋ ਕੀ ਹੈ। ਸੇਜੈ ਰਮਤ ਨੈਣ ਨਹੀਂ ਵੇਖੋ। ਮੇਰੇ ਹਿਰਦੇ ਰੂਪੀ ਸੇਜ ਉੱਤੇ ਪਰਮਾਤਮਾ ਰਹਿੰਦਾ, ਪਰ ਮੈਂ ਇਹਨਾਂ ਨੇਤਰਾਂ ਨਾਲ ਉਹਦੇ ਦਰਸ਼ਨ ਨਹੀਂ ਕਰ ਸਕਦਾ। ਇਹ ਦੁੱਖ ਕਾਸੋ ਕਹੋ ਰੇ। ਇਹ ਜਿਹੜੀ ਪੀੜਾ ਹੈ, ਇਹ ਜਿਹੜਾ ਮੇਰਾ ਦੁੱਖ ਹੈ, ਮੈਂ ਕਿਹਦੇ ਅੱਗੇ ਬਿਆਨ ਕਰਾਂ। ਹੁਣ ਪਹਿਲੇ ਪਦ ਵੱਲ ਆਓ। ਸਾਸ ਕੀ ਦੁਖੀ ਮੈਂ ਇਸ ਮਾਇਆ ਦੇ ਹੱਥੋਂ ਬੜੀ ਦੁਖੀ। ਸਸੁਰ ਕੀ ਪਿਆਰੀ ਫਿਰ ਵੀ ਸਰੀਰ ਨਾਲ ਪਿਆਰ ਦੇ ਅਧਿਆਸ ਸੁਣ ਕਰਕੇ ਮੈਂ ਇਸ ਰਸਤੇ ਤੁਰੀ ਹੋਈ। ਜੇਠ ਕੇ ਨਾਮ ਡਰੋਂ ਰੇ। ਉਹ ਜਿਹੜਾ ਧਰਮ ਰਾਜਾ ਹੈ, ਉਹਦਾ ਨਾਮ ਸੁਣ ਸੁਣ ਕੇ ਮੈਨੂੰ ਬੜਾ ਡਰ ਲੱਗਦਾ। ਕਹਿੰਦੇ ਨੇ ਉਹ ਬੜੀ ਸਜ਼ਾ ਦਿੰਦਾ ਹੈ, ਬੜਾ ਕਠੋਰ ਹੈ, ਇਹ ਹੈ ਉਹ। ਇਹ ਸਾਰੇ ਰਿਸ਼ਤਿਆਂ ਦਾ ਜ਼ਿਕਰ ਭਗਤ ਜੀ ਨੇ ਕਿਉਂ ਕੀਤਾ? ਕਿਉਂਕਿ ਆਮ ਤੌਰ 'ਤੇ ਬੱਚੀਆਂ ਸਹੁਰੇ ਘਰ ਜਾ ਕੇ ਜਿਨ੍ਹਾਂ ਦੀ ਆਪਣੇ ਪਤੀ ਨਾਲ ਨਹੀਂ ਬਣਦੀ, ਉਹ ਫਿਰ ਦੁਖੀ ਹੁੰਦੀਆਂ। ਹੁਣ ਜਦੋਂ ਅਸੀਂ ਵੱਖ-ਵੱਖ ਟੀਕਾਕਾਰਾਂ ਨੂੰ ਪੜ੍ਹਦੇ ਹਾਂ, ਇੱਕ ਵਿਦਵਾਨ ਮਹਾਤਮਾ ਨੇ ਤਾਂ 6 ਅਰਥ ਕੀਤੇ ਨੇ। ਹੁਣ ਅਸੀਂ 6 ਅਰਥਾਂ ਦੀ ਪੜਚੋਲ ਪੜਤਾਲ ਕਰਕੇ ਨਿਰਣਾ ਕਰਨ ਵਿੱਚ ਅਸਮਰਥ। ਸਾਨੂੰ ਤੇ ਉਸ ਅਸਲੀਅਤ ਨਾਲ ਜੁੜਨਾ ਪਵੇ। ਇਹ ਠੀਕ ਹੈ ਕਿ ਜਿਤਨੇ ਸੰਬੰਧ ਹਨ, ਸੱਸ ਵੀ ਅਸੀਂ ਜਾਣਦੇ ਹਾਂ, ਸਹੁਰਾ ਵੀ ਜਾਣਦੇ ਹਾਂ, ਜੇਠ ਵੀ ਜਾਣਦੇ ਹਾਂ। ਪਰ ਇੱਥੇ ਇਹਦਾ ਕੀ ਮਤਲਬ ਹੈ? ਇਹ ਮਾਇਆ ਰੂਪੀ ਸੱਸ ਦੇ ਹੱਥੋਂ ਵੀ ਮੈਂ ਦੁਖੀ। ਸਸੁਰ ਕੀ ਪਿਆਰੀ, ਇਹ ਜਿਹੜਾ ਮੇਰਾ ਸਰੀਰ ਹੈ, ਇਹਦੇ ਨਾਲ ਮੇਰਾ ਮੋਹ ਵੀ ਹੈ। ਮੈਂ ਇਹਨੂੰ ਠੀਕ ਠਾਕ ਵੀ ਰੱਖਣਾ ਚਾਹੁੰਦੀ ਹਾਂ, ਚੰਗੇ ਕੱਪੜੇ, ਚੰਗਾ ਭੋਜਨ, ਇਹ ਵੋ। ਪਰ ਜੇਠ ਕੇ ਨਾਮ ਡਰੋਂ ਰੇ, ਜਿਹੜਾ ਉਹ ਧਰਮ ਰਾਜਾ ਹੈ, ਜਿਹਦੇ ਅੱਗੇ ਜਾ ਕੇ ਪੇਸ਼ ਹੋਣਾ, ਉਹਦੇ ਨਾਮ ਤੋਂ ਵੀ ਮੈਨੂੰ ਡਰ ਲੱਗਦਾ। ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰੈ ਜਰੋਂ ਰੇ। ਇਹ ਜਿਹੜੀਆਂ ਮੇਰੀਆਂ ਇੰਦਰੀਆਂ ਹਨ, ਸਖੀ ਸਹੇਲੀ, ਜਿਨ੍ਹਾਂ ਦੇ ਨਾਲ ਰਲ ਕੇ ਮੈਨੂੰ ਜੀਵਨ ਬਤੀਤ ਕਰਨਾ ਪੈਣਾ। ਹੇ ਸਖੀ ਸਹੇਲੀ, ਉਹ ਮੈਨੂੰ ਇੰਦਰੀਆਂ ਨੇ ਵਸ ਵਿੱਚ ਕਰ ਰੱਖਿਆ। ਕਦੇ ਅੱਖਾਂ, ਕਦੇ ਕੰਨ, ਕਦੇ ਨੱਕ, ਕਦੇ ਮੂੰਹ, ਕਦੇ ਹੋਰ ਇੰਦਰੀ।
ਮੈਂ ਦਿਓਰ ਦੇ ਵਿਛੋੜੇ ਵਿੱਚ ਭਾਵ ਵਿਚਾਰ ਤੋਂ ਸਖਣੀ ਹੋਣ ਕਰਕੇ ਅੰਦਰੋਂ ਅੰਦਰੀ ਸੜ ਰਹੀ। ਦੇਵਰ ਵੀ ਇੱਕ ਰਿਸ਼ਤਾ ਹੈ, ਪਤੀ ਦੇ ਛੋਟੇ ਭਰਾ ਨੂੰ ਦੇਵਰ ਕਹਿੰਦੇ। ਇਹ ਜਿਹੜਾ ਵਿਚਾਰ ਹੈ ਇਹ ਬੜਾ ਜ਼ਰੂਰੀ ਹੈ, ਪਰ ਅਸੀਂ ਕਈ ਵਾਰੀ ਉਡਾਰ ਹੋ ਜਾਂਦੇ ਔਰ ਉਡਾਰ ਹੋ ਕੇ ਵਿਚਾਰ ਦਾ ਪੱਲਾ ਛੱਡ ਦਿੰਦੇ। सास की दुखी ससुर की प्यारी, जेठ के नाम डरूं रे सखी सहेली ननद गहेली। हे सखियो, हे सहेली, ये जिहड़ी मेरी ननद जिहड़ी पति दी भैन होवे ओनू ननद कहा जाता, वो भी मैनू तंग करती, भाव वो भी मेरे नाल विरोध करती, ਉਹਦੇ ਤੋਂ भी मैं तंग हाँ। देवर कै बिरह जरों रे, ते जिहड़ा देवर पति का छोटा भरा विचार है ਉਹਦੀ अणहोंद करके मैं दुखी हो रही। साध संगत ਵੱਡੇ ਤੋਂ ਵੱਡੇ ਪਰਿਵਾਰਕ ਮਸਲੇ ਵਿਚਾਰ ਨਾਲ ਨਿਬੜ ਜਾਂਦੇ, ਪਰ ਜਦੋਂ ਵਿਚਾਰ ਮਹੀਨ ਹੋ ਕੇ ਅਸੀਂ ਕੋਈ ਗਲਤ ਸਟੈਪ ਚੁੱਕਦੇ ਹਾਂ ਫਿਰ ਹੋਰ ਮੁਸ਼ਕਲਾਂ ਵੱਧ ਜਾਂਦੀਆਂ। ਫਿਰ ਰਹਾਉ ਦੀ ਪੰਕਤੀ ਵਿੱਚ ਦੁਹਰਾਉਂਦੇ ਨੇ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ। मेरी मत मारी गई, कमली हो गई, जिदे कारण मैं उस पति नूं परमात्मा नूं भुला बैठी। किन बिद रहन रहो रे, हुण मैं किहड़े तरीके नाल अपने जीवन नूं बतीत करां। सेजै रमत नैन नहीं पेखो, ए दुख का सो कहो रे। मेरे हिरदे रूपी सेज उत्ते परमात्मा पति रहिंदा, पर मैं अपने नेत्रों नाल उहदे दर्शन नहीं कर रही। ये जिहड़ा मेरा दुख है, ये जिहड़ी मेरी पीड़ा है, मैं किदे अगे बयान करा। रहाओ बाप सावका करे लड़ाई, ये मेरा शरीर जिहड़ा मेरे नाल ही पैदा होया, क्योंकि जदों बच्चे का जन्म हुंदा है शरीर विच ही जोत टिकदी। कहंदे ये शरीर भी मेरे नाल हर वेले लड़ाई कर। हुण कईयां ने साबका दे अर्थ मतरिया पिओ कीते ने, पर प्रिंसीपल साहब कहंदे ने साबका ये संस्कृत का शब्द है जिहड़ा नाल ही पैदा होया। बाप साबका करे लड़ाई, माया सद मतवारी। ये जिहड़ी माया है इन्हें मैनू झली कर रखे। भाव माया दे प्रभाव थले आके, क्योंकि आम तौर पर धीआं दा सुभाव गुण मावां दे असर थले हुंदा। जिहो जी माँ की नेचर होवे, जिहो जी माँ की गलबात होवे, वो बच्चियां ते असर पैंदा। कहंदे माँ माया ने मैनू कमली कर रखी। बड़े भाई के जब संग होती, तब हो नाह प्यारी। कहंदे ने जदों जिंद जीव माता के गर्भ विच हुंदा, अठे पैर सिमरन करता और सिमरन की शक्ति नाल ये जठर अग्नि में सड़नों बचिया रहता। ये जिहड़ा ज्ञान है इसनूं बड़ा भाई के। उस वेले ये ज्ञान मेरे कोल सी ते उस वेले मैं परमात्मा का सिमरन कर रही। हुण देखो भगत जी की दिती हुई सेध नूं असी अपने निमाणे जे यतन नाल समझण का यतन करना है। कोई बहस मबैसा नहीं है, कोई इहदे ते वाद विवाद करन दी लोड़ नहीं।
ਹੁਣ ਜਿਨ੍ਹਾਂ ਵਿਦਵਾਨਾਂ ਨੇ 6 ਅਰਥ ਕੀਤੇ ਨੇ ਉਹਨਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਤਰੋੜ ਮਰੋੜ ਕੇ ਇੱਧਰ ਉੱਧਰ ਬਣਾਏ। ਤੋ ਇੱਥੇ ਭਗਤ ਜੀ ਕਹਿੰਦੇ ਨੇ ਬਾਪ ਸਾਹਿਬ ਕਾ ਕਰੈ ਲੜਾਈ। ਇਹ ਜਿਹੜਾ ਮੇਰਾ ਸਰੀਰ ਹੈ, ਜਿਹੜਾ ਮੇਰੇ ਨਾਲ ਹੀ ਜੰਮਿਆ, ਇਹ ਹਰ ਵੇਲੇ ਮੇਰੇ ਕੋਲੋਂ ਖਾਣ ਨੂੰ ਮੰਗਦਾ, ਪਹਿਨਣ ਲਈ ਮੰਗਦਾ। ਔਰ ਉਧਰ ਮਾਇਆ ਸਦ ਮਤਵਾਰੀ, ਮਾਇਆ ਨੇ ਮੈਨੂੰ ਸਦਾ ਹੀ ਝੱਲੀ ਬਣਾ ਰੱਖੀ। ਪਰ ਬੜੇ ਭਾਈ ਕਹਿ ਜਬ ਸੰਗ ਹੋਤੀ, ਜਦੋਂ ਮੈਂ ਗਿਆਨ ਦੇ ਪ੍ਰਭਾਵ ਥੱਲੇ ਸੀ, ਇੱਥੇ ਗਿਆਨ ਨੂੰ ਵੱਡਾ ਭਰਾ ਕੇ ਜਦੋਂ ਸੰਗ ਹੋਤੀ, ਉਹਦੇ ਨਾਲ ਭਾਵ ਮੇਰੀ ਬੁੱਧੀ ਵਿੱਚ ਗਿਆਨ ਸੀ ਜਾਂ ਮੈਨੂੰ ਸੋਝੀ ਸੀ, ਤੇ ਉਦੋਂ ਮੈਂ ਹਰ ਵੇਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੀ। ਉਸ ਸਿਮਰਨ ਦੀ ਸ਼ਕਤੀ ਦੇ ਨਾਲ ਮੈਂ ਮਾਤਾ ਦੇ ਘਰ ਵਿੱਚ ਹੁੰਦਿਆਂ ਉਦੋਂ ਵੀ ਪਰਮਾਤਮਾ ਨੂੰ ਯਾਦ ਕਰਦੀ। ਫਿਰ ਭਗਤ ਜੀ ਕਹਿੰਦੇ ਕਹਿਤ ਕਬੀਰ ਪੰਚ ਕੋ ਝਗੜਾ। ਕਬੀਰ ਜੀ ਫਰਮਾਉਂਦੇ ਨੇ ਇਹ ਅਸਲ ਵਿੱਚ ਪੰਜਾਂ ਦਾ ਜੋ ਝਗੜਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਵੀ ਜੀਵ ਨੂੰ ਸਿੱਧੇ ਰਸਤੇ ਨਹੀਂ ਤੁਰਨਾ। ਝਗੜਤ ਜਨਮ ਗਵਾਇਆ, ਇੱਕ ਮੈਂ ਨਹੀਂ ਅਨੇਕਾਂ ਹੀ ਸੰਸਾਰ ਦੇ ਲੋਕ ਇਹਨਾਂ ਝਗੜਿਆਂ ਵਿੱਚ ਪਏ ਹੋਏ ਆਪਣਾ ਜਨਮ ਅਜਾਈਂ ਗਵਾ ਲੈਂਦੇ। ਝੂਠੀ ਮਾਇਆ ਸਭ ਜਗ ਬੰਧਿਆ, ਆਖਿਆ ਇਸ ਝੂਠੀ ਮਾਇਆ ਦੇ ਮੋਹ ਵਿੱਚ 1 2 4 ਨਹੀਂ, ਸਭ ਜਗ ਬੰਧਿਆ, ਸਾਰਾ ਜਗਤ ਹੀ ਬੱਧਾ ਹੋਇਆ। ਮੈਂ ਰਾਮ ਰਮਤ ਸੁਖ ਪਾਇਆ। ਤੇ ਅਖੀਰ ਵਿੱਚ ਭਗਤ ਜੀ ਕਹਿੰਦੇ ਭਾਈ ਮੇਰੇ ਇਹ ਸਾਰੇ ਕਲੇਸ਼, ਇਹ ਸਾਰੇ ਦੁੱਖ ਕਦੋਂ ਖਤਮ ਹੋਏ? ਜਦੋਂ ਮੈਂ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ। ਤੋ ਸਾਧ ਸੰਗਤ ਇਸ ਤਰ੍ਹਾਂ ਹੀ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਸਾ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਉਹ ਵੀ ਸਾਡੇ ਵਿਚਾਰ ਗੋਚਰਾ ਹੈ, ਅਸੀਂ ਉਹਦਾ ਪਾਠ ਕਰਦੇ। ਪਾਤਸ਼ਾਹ ਫਰਮਾਉਂਦੇ ਨੇ ਤੁਝ ਬਿਨ ਅਵਰ ਨ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨ ਕੋਏ ਹਰੇ, ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ, ਤੇਰੇ ਤੋਂ ਬਿਨਾਂ ਹੇ ਹਰੀ ਮੇਰਾ ਕੋਈ ਸਾਥੀ ਨਹੀਂ। ਹੁਣ ਮੈਨੂੰ ਗੁਰੂ ਦੀ ਕਿਰਪਾ ਨਾਲ ਸਮਝ ਆਈ ਕਿ ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਤੂੰ ਸਾਰੇ ਰੰਗਾਂ ਰੂਪਾਂ ਵਿੱਚ ਤੂੰ ਹੀ ਵਰਤ, ਪਰ ਜਿਸ ਤੇ ਤੇਰੀ ਬਖਸ਼ਿਸ਼ ਹੋ ਜਾਏ, ਜਿਸ ਤੇ ਤੇਰੀ ਨਜ਼ਰ ਹੋ ਜਾਏ, ਉਹਨੂੰ ਇਹ ਗੱਲ ਸਮਝਾ। ਕਾਚੀ ਗਾਗਰ ਦੇ ਦੋਹੇਲੀ, ਉਪਜੈ ਬਿਨ ਸਹਿ ਦੁਖ ਪਾਈ, ਇਹ ਜਗ ਸਾਗਰ ਦੁੱਤਰ ਕਿਉਂ ਤਰੀਐ, ਬਿਨ ਹਰ ਗੁਰ ਪਾਰ ਨ ਪਾਈ। ਤੁਝ ਬਿਨ ਅਵਰ ਨ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨ ਕੋਏ ਹਰੇ, ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਰਾਹੋ ਸਾਸ ਬੁਰੀ ਘਰ ਵਾਸ ਨ ਦੇਵੈ, ਪਿਰਸਿਓ ਮਿਲਣ ਨ ਦੇ ਬੁਰੀ, ਸਖੀ ਸਾਜਨੀ ਕੇ ਹੋਂ ਚਰਨ ਸਰੇਮੋ, ਹਰ ਗੁਰ ਕਿਰਪਾ ਤੇ ਨਦਰ ਧਰੀ। ਆਪ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ, ਜਿਉ ਤੂੰ ਰਾਖੈ ਤਿਵਹੀ ਰਹਿਣਾ, ਦੁੱਖ ਸੁਖ ਦੇਵੈ ਕਰੈ ਸੋਈ। ਆਸਾ ਮਨਸਾ ਦੋ ਬਿਨਾਸਤ, ਤ੍ਰੇ ਗੁਣ ਆਸ ਨਿਰਾਸ ਭਈ, ਤੁਰਿਆ ਅਵਸਥਾ ਗੁਰਮੁਖ ਪਾਈਐ, ਸੰਤ ਸਭਾ ਕੀ ਓਟ ਲਈ। ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਲਖਿ ਭੇਵਾ, ਨਾਨਕ ਰਾਮ ਨਾਮ ਮਨ ਰਾਤਾ,
ਗੁਰਮਤਿ ਪਾਏ ਸਹਿਜ ਸੇਵਾ। ਤੋ ਭਗਤ ਜੀ ਨੇ ਸਾਡੇ ਲੌਕਿਕ ਜੀਵਨ ਅਤੇ ਪਰਲੋਕ ਦੀ ਗੱਲ ਨੂੰ ਬਰਾਬਰ ਰੱਖ ਕੇ ਸਮਝਾਉਣ ਦਾ ਯਤਨ ਕੀਤਾ ਹੈ। ਭਾਈ ਸਾਰੀਆਂ ਤਕਲੀਫਾਂ ਦਾ ਹੱਲ ਆਪਣੇ ਪਰਮਾਤਮਾ ਪਤੀ ਨਾਲ ਪਿਆਰ ਕੀਤਿਆਂ ਹੋ ਸਕਦਾ। ਇਹ ਜਿੰਨੀਆਂ ਚੀਜ਼ਾਂ ਨੇ, ਚਾਹੇ ਮਾਇਆ ਹੈ, ਚਾਹੇ ਅਗਿਆਨਤਾ ਹੈ, ਚਾਹੇ ਗਿਆਨ ਹੈ, ਜਿਤਨੇ ਵੀ ਹਨ, ਚਾਹੇ ਸਖੀਆਂ ਸਹੇਲੀਆਂ ਹਨ, ਚਾਹੇ ਨੰਦ ਗਹੇਲੀਆਂ ਹਨ, ਇਹਨਾਂ ਸਾਰਿਆਂ ਨੂੰ ਇੱਕੋ ਹੀ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ। ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਮੀਆਂ ਬੀਬੀ ਰਾਜੀ ਤੇ ਕਿਆ ਕਰੇਗਾ ਕਾਜੀ। ਜੇ ਜੀਵ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਏ, ਇਹ ਸਾਰਿਆਂ ਦਾ ਪ੍ਰਭਾਵ ਖਤਮ ਹੋ ਜਾਂਦਾ। ਤੋ ਭਗਤ ਜੀ ਨੇ ਸਿਮਰਨ ਦੀ ਮਹੱਤਤਾ ਦੱਸੀ ਹੈ, ਪਰਮਾਤਮਾ ਨਾਲ ਜੁੜਨ ਦੀ ਮਹੱਤਤਾ ਦੱਸੀ ਹੈ। ਇਹ ਸ਼ਬਦ ਤੋਂ ਭਗਤ ਜੀ ਦੀ ਇਹ ਪ੍ਰੇਰਨਾ ਸਾਨੂੰ ਸਭ ਨੂੰ ਕਹਿੰਦੀ ਹੈ ਵੀ ਇਸ ਪੀੜਾ ਦਾ ਹੱਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।